बहुत ही प्यारे बच्चों, ਆਪਾਂ ਇਸ ਤੋਂ ਪਹਿਲਾਂ 2012 ਦਾ NTSC ਪੇਪਰ ਡਿਸਕਸ ਕਰ ਚੁੱਕੇ ਹਾਂ। SS ਵਿਸ਼ਾ ਅੱਜ ਆਪਾਂ 2013 ਦੇ ਪੇਪਰ ਨੂੰ ਡਿਸਕਸ ਕਰਾਂਗੇ। 2013 ਦੇ ਵਿੱਚ ਜੋ ਕੁਐਸਚਨ SS ਵਿਸ਼ੇ ਨਾਲ ਸੰਬੰਧਿਤ ਹਨ, ਆਪਾਂ ਉੱਥੇ ਜਾਵਾਂਗੇ। ਸਭ ਤੋਂ ਪਹਿਲਾਂ ਇਹਦੇ ਵਿੱਚ ਮੈਂਟਲ ਐਬਿਲਿਟੀ ਹੈ ਬੇਟਾ। ਦੇਖੋ ਮੈਂਟਲ ਐਬਿਲਿਟੀ ਦੇ ਕੁਐਸਚਨ ਨੇ 2013 ਦੇ ਵਿੱਚ। देख रहे हो ਤੁਸੀਂ ਇਹਨਾਂ ਨੂੰ ਵੀ ਹੱਲ ਕਰਨਾ ਹੈ। ਵੀਡੀਓ ਰੋਕ ਰੋਕ ਕੇ ਦੇਖ ਲੈਣਾ, ਇਹਨਾਂ ਨੂੰ ਹੱਲ ਕਰ ਲੈਣਾ ਹੈ। ਇਸ ਲਈ ਮੈਂ ਹੌਲੀ ਹੌਲੀ ਚਲਾ ਰਿਹਾ ਤਾਂ ਕੁਐਸਚਨ ਤੁਹਾਨੂੰ ਦਿਖ ਜਾਣ। ये डायरेक्शंस वाले क्वेश्चन ने। ये फिगर्स वाले क्वेश्चन ने बेटा। इंग्लिश बेटा तुहानूं नहीं आउणी, इस करके इंग्लिश नूं हल आपां नहीं करना। इस बार तो कट दी गई है। पहला आउंदी हुंदी सी। इत्थों आपां स्टार्ट करांगे बेटा। SS विषय अपना शुरू हो गया। ਇਹਦਾ ਸਭ ਤੋਂ ਪਹਿਲਾ ਕੁਐਸਚਨ ਹੈ 91। ਕੁਐਸਚਨ ਨੰਬਰ ਹੈ, ਹੇਠ ਲਿਖੇ ਕਿਹੜੇ ਰਾਜ ਵਿੱਚੋਂ ਕਰਕ ਰੇਖਾ ਨਹੀਂ ਗੁਜ਼ਰਦੀ। ਕਰਕ ਰੇਖਾ ਭਾਰਤ ਦੇ ਵਿਚਕਾਰੋਂ ਗੁਜ਼ਰਦੀ ਹੈ। ਤਾਂ ਇੱਥੇ ਜਿਹੜਾ ਰਾਜ ਹੈ ਜਿੱਥੋਂ ਕਰਕ ਰੇਖਾ ਨਹੀਂ ਲੰਘਦੀ ਉਹ ਕਰਨਾਟਕ ਹੈ। ਤੁਸੀਂ ਇਹਦੇ ਨਾਲ ਹੋਰ ਵੀ ਜਿਹੜੀਆਂ ਸਟੇਟਸ ਹੈ ਉਹ ਦੇਖਣੀਆਂ ਹੈ ਵੀ ਜਿਨ੍ਹਾਂ ਦੇ ਵਿੱਚ ਦੀ ਕਰਕ ਰੇਖਾ ਲੰਘ ਰਹੀ ਹੈ, ਬਿਲਕੁਲ ਵਿਚਕਾਰ ਜਾਂਦੀ ਹੈ ਨਾ, ਤਾਂ ਬਾਕੀ ਸਟੇਟਸ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚੋਂ ਇਹ ਨਹੀਂ ਗੁਜ਼ਰਦੀ। ਕਰਨਾਟਕ ਇਹੋ ਜਿਹੀ ਸਟੇਟ ਹੈ ਇੱਥੇ, ਕਿਉਂਕਿ ਮੱਧ ਪ੍ਰਦੇਸ਼, ਗੁਜਰਾਤ ਤੇ ਰਾਜਸਥਾਨ ਦੇ ਵਿੱਚੋਂ ਕਰਕ ਰੇਖਾ ਲੰਘ ਰਹੀ ਹੈ, ਕਰਨਾਟਕ ਦੇ ਵਿੱਚੋਂ ਨਹੀਂ ਲੰਘ ਰਹੀ। ਅਗਲਾ ਪ੍ਰਸ਼ਨ ਹੈ ਬੇਟਾ, ਹੇਠ ਲਿਖਿਆ ਵਿੱਚੋਂ ਕਿਹੜਾ ਦਰਿਆ ਅਰਬ ਸਾਗਰ ਵਿੱਚ ਡਿੱਗਦਾ ਹੈ। ਦੇਖੋ ਜਿਹੜੀ ਗੰਗਾ ਹੈ, ਬ੍ਰਹਮਪੁੱਤਰ ਹੈ, ਮਹਾਨਦੀ ਹੈ, ਇਹ ਸਾਰੇ ਬੰਗਾਲ ਦੀ ਖਾੜੀ ਵਿੱਚ ਡਿੱਗਦੇ ਹਨ, ਪਰ ਜਿਹੜੀ ਨਰਮਦਾ ਨਦੀ ਹੈ ਉਹ ਅਰਬ ਸਾਗਰ ਦੇ ਵਿੱਚ ਡਿੱਗਦੀ ਹੈ। ਸਮਝ ਆ ਗਿਆ ਬੇਟਾ? ਹਾਂ। ਅਗਲਾ ਕੁਐਸਚਨ ਹੈ, ਗੋਆ ਦੇ ਦੱਖਣ ਵਿੱਚ ਪੱਛਮੀ ਤੱਟ ਦੀ ਪੱਟੀ ਨੂੰ ਕੀ ਕਿਹਾ ਜਾਂਦਾ ਹੈ। ਗੋਆ ਬਿਲਕੁਲ ਜਿੱਥੇ ਖਤਮ ਹੋ ਗਿਆ, ਉੱਥੋਂ ਜਿਹੜਾ ਅਗਲਾ ਤੱਟ ਹੈ ਉਹ ਕਿਹੜਾ ਸ਼ੁਰੂ ਹੁੰਦਾ ਹੈ? ਕੋਂਕਣ ਤੱਟ। ਕਿਹੜਾ ਹੁੰਦਾ ਹੈ? ਕੋਂਕਣ ਤੱਟ। ਇਹਨੂੰ ਆਪਾਂ ਟਿਕ ਕਰਾਂਗੇ। ਅੱਛਾ ਬੇਟਾ, ਆਹ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੋਊਗਾ। 94 ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਉਗਾਉਣ ਲਈ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਤੁਹਾਨੂੰ ਪਤਾ ਹੀ ਹੈ ਝੋਨੇ ਲਈ ਜ਼ਿਆਦਾ ਲੋੜ ਹੁੰਦੀ ਹੈ ਚਾਵਲ, ਠੀਕ ਹੈ, ਜ਼ਿਆਦਾ ਪਾਣੀ ਆਪਾਂ ਨੂੰ ਦੇਣਾ ਪੈਂਦਾ ਹੈ। ਅਗਲਾ ਪ੍ਰਸ਼ਨ ਹੈ ਬੇਟਾ, ਜਵਾਰ ਭਾਟਾ ਮੁੱਖ ਤੌਰ ਤੇ ਕਿਹੜੇ ਕਾਰਨ ਕਰਕੇ ਆਉਂਦਾ ਹੈ। ਜਿਹੜੇ ਥੱਲੇ ਕਾਰਨ ਲਿਖੇ ਹੋਏ ਹੈ ਉਹਨਾਂ ਦੇ ਵਿੱਚੋਂ ਕਿਹੜਾ ਕਾਰਨ ਹੈ ਜਿਹੜਾ ਜਵਾਰ ਭਾਟੇ ਦੇ ਲਈ ਜ਼ਿੰਮੇਵਾਰ ਆ। ਧਰਤੀ ਦੀ ਗੁਰੂਤਾ ਖਿੱਚ,
ਸਮੁੰਦਰੀ ਹਵਾਵਾਂ, ਸੂਰਜ ਅਤੇ ਚੰਦਰਮਾ ਦੀ ਗੁਰੂਤਾ ਖਿੱਚ, ਮਹਾਸਾਗਰ ਦੇ ਪਾਣੀ ਦਾ ਗਰਮ ਹੋਣਾ। ਇਹਦੀ ਤੀਜੀ ਆਪਸ਼ਨ ਬੇਟਾ ਸਹੀ ਉੱਤਰ ਹੈ ਸੂਰਜ ਅਤੇ ਚੰਦਰਮਾ ਦੀ ਗੁਰੂਤਾ ਖਿੱਚ। ਓਕੇ, ਅੱਗੇ ਆ ਗਿਆ ਬੇਟੇ 96 ਕੁਐਸਚਨ। ਹੇਠ ਲਿਖਿਆਂ ਵਿੱਚੋਂ ਕਿਹੜੀ ਮਿੱਟੀ ਨੂੰ ਰੇਗਰ ਮਿੱਟੀ ਕਿਹਾ ਜਾਂਦਾ ਹੈ? ਕਿਹੜੀ ਮਿੱਟੀ ਨੂੰ ਕਿਹਾ ਜਾਂਦਾ ਹੈ? ਕਾਲੀ ਮਿੱਟੀ ਨੂੰ। ਕਿਹੜੀ ਮਿੱਟੀ ਨੂੰ ਕਿਹਾ ਜਾਂਦਾ ਹੈ? ਕਾਲੀ ਮਿੱਟੀ ਨੂੰ ਰੇਗਰ ਮਿੱਟੀ ਵੀ ਕਿਹਾ ਜਾਂਦਾ ਹੈ। ਅੱਗੇ ਆ ਗਿਆ ਬੇਟਾ 97 ਕੁਐਸਚਨ। ਹੇਠ ਲਿਖਿਆਂ ਵਿੱਚੋਂ ਕਿਹੜੀ ਹੈ ਕਿਸਮ ਕਾਫੀ ਦੀ ਕਿਸਮ ਨਹੀਂ ਹੈ? ਦਿੱਤੀਆਂ ਹੋਈਆਂ ਆਪਾਂ ਨੂੰ ਦੇਖੋ, ਅਰੇਬਿਕਾ, ਰੋਬਸਟਾ, ਲਾਈਬੈਰਿਕਾ, ਇਹ ਤਿੰਨੇ ਕਾਫੀ ਦੀਆਂ ਕਿਸਮਾਂ, ਪਰ ਬ੍ਰਿਟੈਨਿਕਾ ਕਾਫੀ ਦੀ ਕਿਸਮ ਨਹੀਂ ਹੈ। ਬ੍ਰਿਟੈਨਿਕਾ ਕਾਫੀ ਦੀ ਕਿਸਮ ਨਹੀਂ ਹੈ। ਅੱਗੇ ਬੇਟੇ 98 ਕੁਐਸਚਨ ਹੈ। ਅਕਸ਼ਾਂਸ਼ ਦੀ ਲਗਭਗ ਕਿਸ ਡਿਗਰੀ ਤੇ ਨਿਊ ਫਾਊਂਡਲੈਂਡ ਦੇ ਨੇੜੇ ਗਲਫ ਸਟਰੀਮ ਮਤਲਬ ਗਰਮ ਪਾਣੀ ਦੀ ਧਾਰਾ ਅਤੇ ਲੈਬਰਾਡੋਰ ਦੀ ਧਾਰਾ ਠੰਡੇ ਪਾਣੀ ਦੀ ਧਾਰਾ ਮਿਲਦੀਆਂ ਹਨ? ਜਿੱਥੇ ਗਰਮ ਪਾਣੀ ਅਤੇ ਠੰਡੇ ਪਾਣੀ ਦੀ ਧਾਰਾ ਮਿਲਦੀ ਹੈ ਨਿਊ ਫਾਊਂਡਲੈਂਡ ਦੇ ਕੋਲੇ, ਉਹ ਕਿੰਨੇ ਡਿਗਰੀ ਤੇ ਹੈ? ਉਹ ਹੈ ਉੱਤਰ ਦਿਸ਼ਾ ਦੇ ਵਿੱਚ 45 ਡਿਗਰੀ ਤੇ। ਸਹੀ ਉੱਤਰ ਕੀ ਹੈ? ਦੂਸਰਾ, 45 ਡਿਗਰੀ ਤੇ। ਅਗਲਾ ਕੁਐਸਚਨ ਆਉਂਦਾ ਬੇਟਾ 99। ਚੂਨੇ ਦਾ ਪੱਥਰ ਮੁੱਖ ਤੌਰ ਤੇ ਕਿਹੜੇ ਉਦਯੋਗ ਵਿੱਚ ਵਰਤਿਆ ਜਾਂਦਾ ਹੈ? ਚੂਨੇ ਦਾ ਪੱਥਰ ਮੁੱਖ ਤੌਰ ਤੇ ਕਿਹੜੇ ਉਦਯੋਗ ਵਿੱਚ ਵਰਤਿਆ ਜਾਂਦਾ ਹੈ? ਸੀਮੈਂਟ ਦੇ ਵਿੱਚ। ਕਿਹੜੀ ਆਪਸ਼ਨ ਸਹੀ ਹੈ? ਦੂਜੀ, ਸੀਮੈਂਟ ਦੇ ਵਿੱਚ। ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਕਿਹੜਾ ਹੈ? ਭਾਰਤ ਦੇ ਵਿੱਚ ਹੈ। ਇਹ ਦੇਖੋ ਕਿਹੜਾ ਭਾਰਤ ਦੇ ਵਿੱਚ ਡੈਲਟਾ? ਸੁੰਦਰਬਨ ਦਾ ਡੈਲਟਾ, ਇਹ ਸਭ ਤੋਂ ਵੱਡਾ ਡੈਲਟਾ ਸੰਸਾਰ ਦਾ, ਬੰਗਾਲ ਵਾਲੇ ਪਾਸੇ ਹੈ। ਅੱਗੇ ਬੇਟਾ ਇਤਿਹਾਸ ਸ਼ੁਰੂ ਹੋ ਗਿਆ। 101 ਨੰਬਰ ਕੁਐਸਚਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਕੀ ਕਾਰੋਬਾਰ ਸੀ? ਉਹਨਾਂ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਸੀ, ਉਹ ਪਟਵਾਰੀ ਸਨ। ਉਹਨਾਂ ਦਾ ਕਾਰੋਬਾਰ ਕੀ ਸੀ ਫਿਰ? ਪਟਵਾਰੀ ਦਾ ਕੰਮ ਕਰਦੇ ਸੀ। ਮੰਜੀ ਪ੍ਰਥਾ ਕਿਸ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ? ਮੰਜੀ ਪ੍ਰਥਾ ਇਹ ਗੁਰੂ ਅਮਰਦਾਸ ਜੀ ਨੇ ਬੇਟਾ ਸ਼ੁਰੂ ਕੀਤੀ ਸੀਗੀ। ਗੁਰੂ ਅਮਰਦਾਸ ਜੀ ਕਿੰਨਵੇਂ ਗੁਰੂ ਸੀ? ਤੀਜੇ ਗੁਰੂ ਸੀਗੇ ਗੁਰੂ ਅਮਰਦਾਸ ਜੀ। ਠੀਕ ਹੈ, ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ, ਦੂਜੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ, ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ। ਅੱਗੇ ਬੇਟਾ 103 ਨੰਬਰ ਕੁਐਸਚਨ ਹੈ। ਪ੍ਰੋਟੈਸਟੈਂਟ ਵਾਦ ਕਿਸ ਧਰਮ ਦੀ ਸ਼ਾਖਾ ਸੀ? ਕਿਸ ਧਰਮ ਦੀ ਸ਼ਾਖਾ ਸੀ ਇਹ? ਈਸਾਈ ਧਰਮ ਦੀ। ਠੀਕ ਹੈ। ਕੋਲੰਬਸ ਕਿਸ ਦੇਸ਼ ਦਾ ਨਿਵਾਸੀ ਸੀ? 104 ਨੰਬਰ ਪ੍ਰਸ਼ਨ ਹੈ। ਕੋਲੰਬਸ ਕਿਸ ਦੇਸ਼ ਦਾ ਨਿਵਾਸੀ ਸੀ? ਉਹ ਇਟਲੀ ਦਾ ਰਹਿਣ ਵਾਲਾ ਸੀਗਾ। ਇਹਦੇ ਬਾਰੇ ਆਇਆ ਹੈ ਵੀ ਇਹਨੇ ਅਮਰੀਕਾ ਦੀ ਖੋਜ ਕੀਤੀ ਸੀਗੀ 1492 ਦੇ ਵਿੱਚ। ਅਗਲਾ ਕੁਐਸਚਨ ਹੈ ਬੇਟਾ 105 ਨੰਬਰ। ਦੂਜਾ ਵਿਸ਼ਵ ਯੁੱਧ ਡੈਸ਼ ਅਤੇ ਡੈਸ਼ ਵਿਚਕਾਰ ਲੜਿਆ ਗਿਆ ਸੀ? ਕਿਹਦੇ ਕਿਹਦੇ ਵਿਚਾਲੇ ਲੜਿਆ ਪਿਆ ਸੀ? ਇੱਕ ਪਾਸੇ ਜਰਮਨੀ, ਇਟਲੀ ਤੇ ਜਾਪਾਨ ਸੀਗੇ, ਦੂਜੇ ਪਾਸੇ ਬ੍ਰਿਟੇਨ, ਫਰਾਂਸ। ਇਹ ਤਾਂ ਹੈਗੀ ਸੀ, ਆ ਦੇਖੋ ਇੱਥੇ ਜਰਮਨੀ ਦੇ ਨਾਲ ਬ੍ਰਿਟੇਨ ਲਾਤਾ, ਇਹ ਗਲਤ ਹੋ ਗਿਆ। ਜਰਮਨੀ ਦੇ ਨਾਲ ਯੂਨਾਈਟਿਡ ਸਟੇਟਸ ਲਾਤਾ, ਇਹ ਵੀ ਗਲਤ ਹੋ ਗਿਆ। ਬ੍ਰਿਟੇਨ, ਫਰਾਂਸ, ਸੋਵੀਅਤ ਯੂਨੀਅਨ, ਇਹਨਾਂ ਦੇ ਨਾਲ ਇੱਧਰ ਲਾਤਾ ਜਰਮਨੀ, ਜਾਪਾਨ, ਯੂਨਾਈਟਿਡ ਸਟੇਟਸ। ਜਦੋਂ ਕਿ ਯੂਨਾਈਟਿਡ ਸਟੇਟਸ ਕਿਹੜੇ ਪਾਸੇ ਸੀਗਾ? ਸੋਵੀਅਤ ਯੂਨੀਅਨ ਵਾਲੇ ਪਾਸੇ, ਬ੍ਰਿਟੇਨ ਵਾਲੇ ਪਾਸੇ। ਤਾਂ ਪਹਿਲੀ ਆਪਸ਼ਨ ਇਹਦੇ ਵਿੱਚ ਸਹੀ ਬਣਦੀ ਹੈ। ਇੱਕ ਪਾਸੇ ਜਰਮਨੀ, ਜਾਪਾਨ ਤੇ ਇਟਲੀ ਸੀਗੇ, ਦੂਜੇ ਪਾਸੇ ਬ੍ਰਿਟੇਨ, ਫਰਾਂਸ, ਰੂਸ ਜਿਹਨੂੰ ਸੋਵੀਅਤ ਯੂਨੀਅਨ ਕਹਿੰਦੇ ਸੀਗੇ, ਤੇ ਯੂਨਾਈਟਿਡ ਸਟੇਟਸ, ਇਹ ਦੇਸ਼ ਸੀਗੇ। ਇਹਨਾਂ ਦੀ ਆਪਸ ਵਿੱਚ ਲੜਾਈ ਹੋਈ ਸੀ। ਪਹਿਲਾ ਆਪਸ਼ਨ ਇਹਦਾ ਸਹੀ ਆਨਸਰ ਹੈ। ਠੀਕ ਹੈ ਬੇਟਾ, ਅੱਗੇ ਆ ਜਾਓ ਤੁਸੀਂ 106 ਨੰਬਰ ਕੁਐਸਚਨ ਤੇ।
यूनानी इतिहासकारां ने पंजाब का नाम यूनानी भाषा में की दिता? यूनानी की कहते सी पंजाब नूं? पेंटापोटामिया, मतलब पेंटा का मतलब पंज, पंज दरियावां की धरती। अगला प्रश्न है बेटा 107 नंबर, वर्नाकुलर प्रैस एक्ट का मूल उद्देश की सी? की सी 1878 ਦੇ ਵਿੱਚ एक कानून बनाया गया कि भी किसी भी संपादक ਨੂੰ ਜਿਹੜਾ ਮੈਜਿਸਟ੍ਰੇਟ ਹੈ, ਕਮਿਸ਼ਨਰ ਹੈ, ਉਹ ਬੁਲਾ ਸਕਦਾ ਹੈ। ਲਾਰਡ ਲਿਟਨ ਨੇ ਬਣਾਇਆ ਸੀ ਇਹ, ਹਨਾ, ਤਾਂ ਜੋ ਜਿਹੜੇ ਭਾਰਤੀ ਅਖਬਾਰ ਹੈ ਉਹ ਅੰਗਰੇਜ਼ਾਂ ਦੀ ਆਲੋਚਨਾ ਨਾ ਕਰ ਸਕਣ। ਠੀਕ ਹੈ, ਤਾਂ ਹਾਂ, ਇਹਦਾ ਮਕਸਦ ਕੀ ਸੀਗਾ? ਰਿਪੋਰਟਾਂ ਅਤੇ ਸੰਪਾਦਕੀ ਲੇਖਾਂ ਦਾ ਵਰਨਾਕੂਲਰ ਪ੍ਰੈਸ ਅਧਿਨੇਮ ਦਾ ਨਿਰੀਖਣ ਕਰਨਾ। ਪਹਿਲੀ ਆਪਸ਼ਨ ਇਹਦੇ ਵਿੱਚ ਸਹੀ ਹੈ। ਇਹ 1878 ਦੇ ਵਿੱਚ ਲਾਰਡ ਲਿਟਨ ਨੇ ਬਣਾਇਆ ਸੀ। ਕਾਹਦੇ ਲਈ? ਤਾਂ ਕਿ ਭਾਰਤੀ ਅਖਬਾਰ ਅੰਗਰੇਜ਼ਾਂ ਦੀ ਨਿੰਦਿਆ ਨਾ ਕਰ ਸਕਣ। ਇਹ ਉੱਤਰ ਸਹੀ ਹੈ। एक सौ 8 कदमबरी किसने लिखी सी? बान भट्टा ने लिखी सी, बाना भट्ट। गार्डन मिट्टी का सिद्धांत किसने दिता? गार्डन मिट्टी का सिद्धांत किसने दिता है? एबनीजर हैवर्ड। एक सौ 10 नंबर प्रश्न है बेटा, स्टीम इंजन की खोज किसने की? स्टीम इंजन की खोज किने की थी? जेम्स वाट, न्यूकोमैन, रिचर्ड आर्कराइट, या इन्हां दे विचों कोई नहीं? ये खोज बेटा जेम्स वाट ने की थी। पहली ऑप्शन सही है। अगे बेटा आता है नागरिक शास्त्र। 111 नंबर प्रश्न, भारतीय संविधान दे विच किन्ने अनुच्छेद हैं? भारतीय संविधान दे विच 393, 94, 395, 396, 395 अनुच्छेद हैं। ਇਹਦੇ ਚ ਇੱਕ ਪ੍ਰਸ਼ਨ ਇਹ ਆ ਜਾਂਦਾ, ਅਨੁਸੂਚੀਆਂ ਕਿੰਨੀਆਂ ਹਨ? 12 ਅਨੁਸੂਚੀਆਂ ਆਪਣੇ, ਪਹਿਲਾਂ 8 ਸੀਗੀਆਂ, 4 ਉਹਦੇ ਵਿੱਚ ਹੋਰ ਐਡ ਹੋ ਗਈਆਂ, ਕੁੱਲ ਕਿੰਨੀਆਂ ਹੋ ਗਈਆਂ? 12। 112 ਨੰਬਰ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜਾ ਕੰਮ ਵਿਧਾਨ ਪਾਲਿਕਾ ਨਾਲ ਸੰਬੰਧਿਤ ਨਹੀਂ ਹੈ? ਕਾਨੂੰਨ ਬਣਾਉਣਾ, ਸੰਵਿਧਾਨ ਦੇ ਵਿੱਚ ਸੋਧ ਕਰਨੀ, ਧਨ ਤੇ ਕੰਟਰੋਲ ਕਰਨਾ, ਪ੍ਰਸ਼ਾਸਨ ਚਲਾਉਣਾ। ਪ੍ਰਸ਼ਾਸਨ ਚਲਾਉਣ ਦਾ ਕੰਮ ਕਾਰਜਪਾਲਿਕਾ ਦਾ ਹੈ, ਇਹ ਵਿਧਾਨ ਪਾਲਿਕਾ ਦਾ ਕੰਮ ਨਹੀਂ। ਕਾਨੂੰਨ ਦੇਖੋ ਵਿਧਾਨ ਪਾਲਿਕਾ ਦੇ ਬਹੁਮਤ ਨਾਲ ਬਣਦੇ ਆ, ਸੰਵਿਧਾਨ ਦੇ ਵਿੱਚ ਕੋਈ ਸੋਧ ਕਰਨੀ ਹੈ ਤਾਂ ਵਿਧਾਨ ਪਾਲਿਕਾ ਤੋਂ ਪੁੱਛ ਕੇ ਹੁੰਦੀ ਹੈ। ਧਨ ਦੇ ਉੱਤੇ ਕੰਟਰੋਲ ਹੈ, ਬਿੱਲ ਬਣਦਾ, ਕੋਈ ਬਜਟ ਹੋਣਾ ਹੈ, ਉਹ ਵੀ ਵਿਧਾਨ ਪਾਲਿਕਾ 'ਚ ਹੁੰਦਾ ਹੈ। ਪਰ ਪ੍ਰਸ਼ਾਸਨ ਚਲਾਉਣ ਦਾ ਕੰਮ ਕਾਰਜਪਾਲਿਕਾ ਦਾ ਹੈ, ਉਹ ਵਿਧਾਨ ਪਾਲਿਕਾ ਦਾ ਕੰਮ ਨਹੀਂ ਹੈ। ਇਸ ਕਰਕੇ ਤੀਸਰਾ ਉੱਤਰ ਸਹੀ ਹੈ। ਅੱਗੇ ਪ੍ਰਸ਼ਨ ਆਉਂਦਾ ਬੇਟਾ 113। 113 ਦੇ ਵਿੱਚ ਕੀ ਹੈ? ਭਾਰਤੀ ਸੰਘਾਤਮਕ ਢਾਂਚੇ ਵਿੱਚ ਬਕਾਇਆ ਸ਼ਕਤੀਆਂ ਕਿਸ ਕੋਲ ਹਨ? ਤਿੰਨ ਤਰ੍ਹਾਂ ਦੀਆਂ ਸ਼ਕਤੀਆਂ ਬੇਟਾ। ਇੱਕ ਵਿਸ਼ਾ ਹੈਗਾ ਆਪਣਾ ਸੰਘੀ ਸੂਚੀ, ਜਿਹਦੇ ਤੇ ਕੇਂਦਰ ਸਰਕਾਰ ਕਾਨੂੰਨ ਬਣਾ ਸਕਦਾ ਹੈ। ਇੱਕ ਹੁੰਦਾ ਹੈ ਸਮਵਰਤੀ ਸੂਚੀ, ਜਿਹਦੇ ਤੇ ਕੇਂਦਰ ਤੇ ਰਾਜ ਦੋਨੇ ਕੰਮ ਕਰਦੇ ਆ। ਤੀਸਰੀ ਸੂਚੀ ਹੈ ਉਹਦੇ ਤੇ ਰਾਜਾਂ ਨੇ ਕੰਮ ਕਰਨਾ ਹੁੰਦਾ ਹੈ। ਤਾਂ ਇਸ ਤੋਂ ਬਿਨਾਂ ਜੇ ਕੋਈ ਪਾਵਰਸ ਜਾਂ ਕੰਮ ਜਿਹੜੇ ਰਹਿ ਜਾਂਦੇ ਆ, ਉਹਨੂੰ ਬਚੀਆਂ ਖੁਚੀਆਂ ਸ਼ਕਤੀਆਂ ਕਹਿੰਦੇ ਆ। ਉਹਦੇ ਤੇ ਕੰਮ ਕਿਹਨੇ ਕਰਨਾ ਹੁੰਦਾ ਹੈ? ਕੇਂਦਰ ਸਰਕਾਰ ਨੇ। ਉਹਦਾ ਅਧਿਕਾਰ ਹੈਗਾ ਕੇਂਦਰ ਕੋਲ। ਦੂਜਾ ਉੱਤਰ ਜਿਹੜਾ ਇਹਦਾ ਸਹੀ ਹੈ। 114 ਤੇ ਰਾਜਪਾਲ ਨੂੰ ਤਨਖਾਹ ਤੇ ਭੱਤੇ ਮਿਲਦੇ ਹਨ, ਕਿੱਥੋਂ ਮਿਲਦੇ ਹੈ? ਰਾਜ ਦੇ ਸੰਚਿਤ ਨਿਧੀ ਫੰਡ ਵਿੱਚੋਂ। ਰਾਜ ਦੇ ਸੰਚਿਤ ਨਿਧੀ ਪਹਿਲਾ ਉੱਤਰ ਪਹਿਲਾ ਉੱਤਰ ਸਹੀ ਬੇਟਾ। 115 ਤੇ ਆਉਂਦਾ ਹੈ, ਵਿਸ਼ਵ ਭਰ ਵਿੱਚ ਮਨੁੱਖੀ ਅਧਿਕਾਰ ਦਿਵਸ ਕਦੋਂ ਮਨਾਇਆ ਜਾਂਦਾ ਹੈ?
ਇਹਦਾ ਹੈਗਾ ਪਹਿਲਾ ਉੱਤਰ 10 ਦਸੰਬਰ ਨੂੰ ਮਨਾਇਆ ਜਾਂਦਾ ਹੈ। ਮਨੁੱਖੀ ਅਧਿਕਾਰ ਦਿਵਸ 10 ਦਸੰਬਰ ਨੂੰ ਮਨਾਇਆ ਜਾਂਦਾ ਹੈ। 116 ਨੰਬਰ ਪ੍ਰਸ਼ਨ ਹੈ, ਸਨ 1954 ਵਿੱਚ ਭਾਰਤ ਨੇ ਕਿਸ ਦੇਸ਼ ਨਾਲ ਪੰਚਸ਼ੀਲ ਸਮਝੌਤਾ ਕੀਤਾ? 5 ਸਮਝੌਤੇ ਸੀਗੇ, ਉਹ ਚੀਨ ਨਾਲ ਕੀਤੇ ਸੀਗੇ ਆਪਾਂ। ਆਪਣੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਉਹਨਾਂ ਦੇ ਪ੍ਰਧਾਨ ਮੰਤਰੀ ਸੀਗੇ ਚਾਓ ਇਨ ਲਾਈ, ਉਹਨਾਂ ਨੇ ਕੀਤਾ ਸੀ ਚੀਨ ਨਾਲ। ਭਾਰਤੀ ਸੰਵਿਧਾਨ ਅਨੁਸਾਰ ਨਿਆਇਕ ਪੁਨਰ ਨਿਰੀਖਣ ਦੀ ਸ਼ਕਤੀ ਕਿਸ ਕੋਲ ਹੁੰਦੀ ਹੈ? ਇਹ ਬੇਟਾ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਕੋਲੇ ਹੁੰਦੀ ਹੈ, ਉਹ ਅਦਾਲਤ ਹੈਗੀ ਹੈ ਸਰਵਉੱਚ ਅਦਾਲਤ। ਤੀਜਾ ਉੱਤਰ ਸਹੀ ਹੈ। ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? ਰਾਜ ਸਭਾ ਦਾ ਮੈਂਬਰ ਬਣਨ ਲਈ 118ਵਾਂ ਪ੍ਰਸ਼ਨ ਹੈ, ਉਮਰ 30 ਸਾਲ ਹੋਣੀ ਚਾਹੀਦੀ ਹੈ। ਤੇ ਲੋਕ ਸਭਾ ਦਾ ਮੈਂਬਰ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ? 25 ਸਾਲ। ਦੂਜਾ ਉੱਤਰ ਸਹੀ ਹੈ। 119ਵਾਂ ਪ੍ਰਸ਼ਨ ਹੈ, ਉੱਤਰਾਖੰਡ, ਝਾਰਖੰਡ ਅਤੇ ਛੱਤੀਸਗੜ੍ਹ ਰਾਜਾਂ ਦੀ ਸਥਾਪਨਾ ਦਾ ਆਧਾਰ ਹੈ, ਕੀ ਹੈ? ਸੰਪਰਦਾਇਕਤਾ। 120ਵਾਂ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਅਨੁਸਾਰ ਇਹਨਾਂ ਵਿੱਚੋਂ ਕਿਹੜੇ ਸਮੂਹ ਲਈ ਕਿਸੇ ਵੀ ਚੋਣਾਂ ਵਿੱਚ ਸੀਟਾਂ ਰਾਖਵੀਆਂ ਨਹੀਂ ਹਨ? ਅਨੁਸੂਚਿਤ ਕਬੀਲੇ, ਅਨੁਸੂਚਿਤ ਜਾਤਾਂ, ਸਰੀਰਕ ਰੂਪ ਵਿੱਚ ਅਪੰਗ ਤੇ ਔਰਤਾਂ ਲਈ। ਸਰੀਰਕ ਰੂਪ ਵਿੱਚ ਅਪੰਗ ਲਈ ਜਿਹੜਾ ਹੈਗਾ ਕੋਈ ਰਾਖਵਾਂਕਰਨ ਨਹੀਂ ਹੈ। ਤੀਜਾ ਉੱਤਰ ਹੈ। ਜਿਹੜਾ ਆਪਾਂ ਪ੍ਰਸ਼ਨ ਇੱਥੇ ਕੀਤਾ ਉੱਤਰਾਖੰਡ, ਝਾਰਖੰਡ ਤੇ ਛੱਤੀਸਗੜ੍ਹ, ਇਹਦਾ ਸਟੇਟ ਵੱਲੋਂ ਇਹ ਉੱਤਰ ਦਿੱਤਾ ਗਿਆ ਆਪਾਂ ਨੂੰ, ਪਰ ਇਹਦੇ ਵਿੱਚ ਖੇਤਰਵਾਦ ਦਾ ਵੀ ਕਿਤੇ ਨਾ ਕਿਤੇ ਆਉਂਦਾ ਪ੍ਰਭਾਵ, ਇਹਦੇ ਬਾਰੇ ਤੁਹਾਨੂੰ ਕਲੀਅਰ ਕਰਾਂਗੇ। ਪਰ ਆਪਾਂ ਨੂੰ ਜੋ ਸਟੇਟ ਵੱਲੋਂ ਕਲੀਅਰ ਕੀਤਾ ਗਿਆ ਉਹ ਇਹ ਸੰਪਰਦਾਇਕਤਾ ਹੀ ਹੈ ਜੋ ਅਸੀਂ ਡਿਸਕਸ ਕੀਤਾ ਹੈ। एक सौ 20 तक की बेटा प्रश्न अपने अगे आ गया। अर्थशास्त्र, 121 नंबर प्रश्न है, ਭਾਰਤ ਦੀ ਪਹਿਲੀ 5 ਸਾਲਾ योजना ਦਾ ਸਮਾਂ ਕੀ ਸੀ? ਪਹਿਲੀ योजना 1951 ਦੇ ਵਿੱਚ ਲੱਗੀ ਸੀਗੀ ਆਪਣੀ, 51 ਤੋਂ ਲੈ ਕੇ 56 ਤੱਕ। ਪਹਿਲੀ योजना 51 ਤੋਂ 56। 122 ਸਧਾਰਨ ਕੀਮਤ ਵਿੱਚ ਨਿਰੰਤਰ ਅਤੇ ਅਧਿਕ ਵਾਧੇ ਨੂੰ ਕੀ ਕਹਿੰਦੇ ਹਨ? ਕੀਮਤਾਂ ਦਾ ਵਧਣਾ ਕੀ ਕਹਿੰਦੇ ਉਹਨੂੰ? ਮੁਦਰਾ ਸਫੀਤੀ। 123 ਏਕਾਧਿਕਾਰ ਬਾਜ਼ਾਰ ਵਿੱਚ ਔਸਤ ਆਮਦਨ ਅਤੇ ਸਮਾਨਤ ਆਮਦਨ ਦੇ ਵਿੱਚ ਕੀ ਸੰਬੰਧ ਹੈ? ਔਸਤ ਆਮਦਨ ਐਵਰੇਜ ਤੇ ਸਮਾਨਤ ਮਾਰਜਨਲ। ਤਾਂ ਇਹਦੇ ਵਿੱਚ ਕੀ ਹੈ? ਔਸਤ ਆਮਦਨ ਮਾਰਜਨਲ ਆਮਦਨ ਨਾਲੋਂ ਜ਼ਿਆਦਾ ਹੈ। ਪਹਿਲਾ ਉੱਤਰ ਸਹੀ ਹੈ। एक सौ 24 नंबर, ਉਪਭੋਗ ਖਰਚ ਅਤੇ ਆਮਦਨ ਦਾ ਅਨੁਪਾਤ ਹੈ ਡੈਸ਼। ਉਪਭੋਗ ਖਰਚ ਅਤੇ ਆਮਦਨ ਦਾ ਅਨੁਪਾਤ ਹੈ APC। एक सौ 24 नंबर प्रश्न है, APC ਦਾ ਮਤਲਬ ਹੁੰਦਾ ਬੇਟਾ ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ। ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ ਇਹ ਕਿਵੇਂ ਕੱਢੀ ਜਾਂਦੀ ਹੈ? ਉਪਭੋਗ ਬਟੇ ਆਮਦਨ। ਉਪਭੋਗ ਬਟੇ ਆਮਦਨ ਇੰਗਲਿਸ਼ ਦੇ ਵਿੱਚ ਦਿੱਤਾ ਹੋਇਆ ਹੈ, ਇਹ ਤੁਸੀਂ ਯਾਦ ਰੱਖਿਓ। ਐਵਰੇਜ ਔਸਤ ਉਪਭੋਗ ਉਪਭੋਗ ਬਟੇ ਆਮਦਨ, ਠੀਕ ਹੈ। ਉਹਦੇ ਅਨੁਪਾਤ ਨੂੰ
APC ਕਿਹਾ ਜਾਂਦਾ ਹੈ, ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ। ਇਹਦਾ ਮਤਲਬ ਬੇਟਾ ਔਸਤ ਉਪਭੋਗ ਪ੍ਰਵਿਰਤੀ, ਨਾਲ ਤੁਸੀਂ ਲਿਖ ਲਓ ਔਸਤ ਉਪਭੋਗ ਪ੍ਰਵਿਰਤੀ। ਭਾਰਤ ਵਿੱਚ ਵਰਤਮਾਨ ਸਮੇਂ ਯੋਜਨਾ ਕਮਿਸ਼ਨ ਦੇ ਚੇਅਰਮੈਨ ਹਨ, ਪ੍ਰਧਾਨ ਮੰਤਰੀ ਹੁੰਦੇ ਬੇਟਾ ਇਹ, ਪ੍ਰਧਾਨ ਮੰਤਰੀ ਹੋਣਾ ਹੈਗੇ ਆਪਣੇ ਨਰਿੰਦਰ ਮੋਦੀ। ਇਹ ਬੇਟਾ 125 ਤੱਕ ਹੀ ਪ੍ਰਸ਼ਨ ਸੀਗੇ ਆਪਣੇ। ਇਹਦੇ ਵਿੱਚ ਜਿਹੜਾ ਪ੍ਰਸ਼ਨ ਆਪਣੇ ਥੋੜਾ ਡਾਊਟਫੁਲ ਹੈ ਉਹ ਇਹ ਹੈ, ਉੱਤਰਾਖੰਡ, ਝਾਰਖੰਡ ਤੇ ਛੱਤੀਸਗੜ੍ਹ ਰਾਜਾਂ ਦੀ ਸਥਾਪਨਾ ਦਾ ਆਧਾਰ ਕੀ ਹੈ। ਮੈਨੂੰ ਲੱਗਦਾ ਵੀ ਇਹਦਾ ਉੱਤਰ ਖੇਤਰਵਾਦ ਆਉਣਾ ਚਾਹੀਦਾ ਹੈ। ਇਹਦੇ ਬਾਰੇ ਤੁਹਾਨੂੰ ਬਾਅਦ ਵਿੱਚ ਕਲੀਅਰ ਕਰਕੇ ਦੱਸਿਆ ਜਾਊਗਾ। ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਬੇਟਾ ਧਿਆਨ ਨਾਲ ਪੜ੍ਹਨਾ ਹੈ, ਤਿਆਰੀ ਕਰਨੀ ਹੈ, ਠੀਕ ਹੈ, ਕਿਉਂਕਿ ਪਿਛਲੇ ਪੇਪਰ ਆ ਜਿਹੜੇ ਉਹ ਆਪਣੇ ਤਿਆਰੀ ਦੇ ਲਈ ਮਹੱਤਵਪੂਰਨ ਰੋਲ ਅਦਾ ਕਰਦੇ ਹੈ। ਇਹਨਾਂ ਤੋਂ ਤੁਹਾਨੂੰ ਆਉਣ ਵਾਲੇ ਪੇਪਰ ਦੇ ਪੈਟਰਨ ਬਾਰੇ ਪਤਾ ਲੱਗਦਾ ਹੈ, ਕਿਸ ਤਰ੍ਹਾਂ ਦੇ ਪ੍ਰਸ਼ਨ ਕਿੱਥੋਂ ਆਏ ਨੇ ਉਹਨਾਂ ਬਾਰੇ ਪਤਾ ਲੱਗਦਾ ਹੈ। ਇਸ ਤੋਂ ਅੱਗੇ ਸਾਇੰਸ ਆ, ਦੇਖੋ ਇਹਦੇ ਪ੍ਰਸ਼ਨਾਂ ਨੂੰ ਤੁਸੀਂ ਹੱਲ ਕਰਨਾ ਹੈ। गणित आ गया बेटा, ये विज्ञान का एक पार्ट है 180 क्वेश्चन तक। ਇਹਦੇ ਨਾਲ ਹੀ ਆਪਣਾ ਜਿਹੜਾ ਪੇਪਰ ਆ ਉਹ ਖਤਮ ਹੁੰਦਾ ਹੈ। ਤੁਸੀਂ ਸਾਰਿਆਂ ਨੇ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਤਿਆਰੀ ਕਰਨੀ ਹੈ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਬੱਚਿਆਂ ਨੇ ਇਹ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀਆਂ ਵੀਡੀਓਜ਼ ਪਾਵਾਂਗੇ ਉਹਦਾ ਤੁਸੀਂ ਫਾਇਦਾ ਉਠਾ ਸਕੋ। ਧੰਨਵਾਦ।